ਅੱਜ ਦੇ ਲੋਕੋ ਆਪਣੇ ਬਲਬੂਤੇ ਤੇ ਸੱਤਾ ਤੇ ਕਬਜ਼ਾ ਕਰਨਾ ਸਿੱਖੋ, ਵਰਨਾ ਚਾਪਲੂਸੀ ਜਾਂ ਚਮਚਾਗਿਰੀ ਕਰਕੇ ਤਾਂ ਐਮਪੀ ਐਮਐਲਏ ਚਪੜਾਸੀ ਤੱਕ ਵੀ ਬਣ ਜਾਂਦੇ ਹਨ। ਇਹ ਖੂਬਸੂਰਤ ਲਾਈਨਾਂ ਮਹਾਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀਆਂ ਹਨ ਅਤੇ ਅੱਜ ਅਸੀਂ ਬੈਠੇ ਹਾਂ ਮਾਲਪੁਰ ਵਿਖੇ। ਸ਼੍ਰੀ ਬਾਬੂ ਰਾਮ ਪਿਆਰੀ ਲਾਲ ਜੀ, ਉਹ ਉਹਨਾਂ ਦੇ ਜੀਵਨ ਦੇ ਸੰਘਰਸ਼ ਦੇ ਦਿਨਾਂ ਦੇ ਸਾਥੀ ਰਹੇ ਆ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਸੰਘਰਸ਼ ਬਾਰੇ, ਸਾਹਿਬ ਜੀ ਦੇ ਸੰਘਰਸ਼ ਬਾਰੇ ਜਾਂ ਉਹਨਾਂ ਦੀ ਜ਼ਿੰਦਗੀ 'ਚ ਵਾਪਰੇ ਕਿੱਸਿਆਂ ਬਾਰੇ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ। ਮੈਂ ਪੰਮੀ ਲਾਲੂ ਮੇਰਾ, ਤੁਸੀਂ ਦੇਖ ਰਹੇ ਹੋ ਡੇਲੀ ਲੋਕ ਆਵਾਜ਼ TV ਚੈਨਲ। ਬਾਬੂ ਜੀ, ਸਭ ਤੋਂ ਪਹਿਲੇ ਦੱਸੋ ਵੀ ਜਿਹੜਾ ਸੁੰਦਰ ਨਗਰ ਵਿੱਚ ਤੁਹਾਡਾ ਸਾਹਿਬ ਦਾ ਕੇਡਰ ਕੈਂਪ ਲੱਗਾ ਸੀ, ਉਸ ਕੇਡਰ ਕੈਂਪ ਵਿੱਚ ਕੀ ਕੀ ਗੱਲਾਂ ਹੋਈਆਂ? ਸੁੰਦਰ ਨਗਰ ਜਿਹੜਾ ਕੇਡਰ ਕੈਂਪ ਸੀ ਉਹ ਗੁਰੂ ਰਵਿਦਾਸ ਮੰਦਰ ਦੇ ਵਿੱਚ ਲੱਗਾ ਸੀ ਅਤੇ ਸਾਹਿਬ ਜੀ ਔਰ ਆਪਣੇ ਉਹਨਾਂ ਦੇ ਜਿਹੜੇ ਸਾਡੇ ਬਾਮਸੋ ਦੇ ਇੰਚਾਰਜ ਸੀ ਸਰਦਾਰ ਤਜਿੰਦਰ ਸਿੰਘ ਚਲੀ, ਉਹਨਾਂ ਦੇ ਨਾਲ ਸਨ। ਉਹ ਮੇਰੇ ਘਰ ਆਏ, ਮੇਰੇ ਮਕਾਨ ਨੰਬਰ 370 ਦੇ ਵਿੱਚ, ਔਰ ਉਹਨਾਂ ਨੂੰ ਫਿਰ ਮੈਂ ਇੱਕ ਸ਼ਾਰਟ ਟਾਈਮ ਦੇ ਵਿੱਚ ਕਲੋਨੀ ਦੇ ਜਿਹੜੇ ਕਰਮਚਾਰੀ ਸੀ ਸਾਰਿਆਂ ਨੂੰ ਇਕੱਠੇ ਕਰਕੇ ਗੁਰੂ ਰਵਿਦਾਸ ਮੰਦਰ ਦੇ ਵਿੱਚ ਬੁਲਾਇਆ ਔਰ ਉੱਥੇ ਸਾਹਿਬ ਨੇ ਇੱਕ ਕੇਡਰ ਕੈਂਪ ਦਿੱਤਾ। ਉੱਥੇ ਇੱਕ ਬੁਲਾਰੇ ਨੇ ਇਹ ਕਿਹਾ ਕਿ ਸਾਹਿਬ ਜੀ ਤੁਸੀਂ ਤਾਂ CIA ਦੇ ਏਜੰਟ ਹੋ, ਔਰ ਮੈਂ ਵੈਸੇ ਸਾਹਿਬ ਜੀ ਨੂੰ ਇਹ ਪਹਿਲੇ ਦੱਸ ਦਿੱਤਾ ਸੀ ਵੀ ਜੀ ਕੁਛ ਲੋਕ ਤੁਹਾਨੂੰ CIA ਦਾ ਏਜੰਟ ਕਹਿੰਦੇ ਆ, ਅਤੇ ਸਾਹਿਬ ਦੇ ਦਿਮਾਗ ਦੇ ਵਿੱਚ ਇਹ ਗੱਲ ਪਹਿਲੇ ਉਹਨਾਂ ਦੇ ਦਿਮਾਗ ਸੀ ਕਿ ਮੈਨੂੰ CIA ਦੇ ਏਜੰਟ ਕਹਿੰਦੇ ਹਨ। ਉਹਨਾਂ ਨੇ ਇਸ ਗੱਲ ਦਾ ਜਿਹੜਾ ਉੱਤਰ ਸੀ ਬੜੀ ਡਿਟੇਲ ਦੇ ਵਿੱਚ ਦਿੱਤਾ। ਉਹਨਾਂ ਨੇ ਇਹ ਪੁੱਛਿਆ ਜਿਹੜਾ ਬੰਦਾ CIA ਦਾ ਏਜੰਟ ਕਹਿੰਦਾ ਸੀ ਉਹ ਖੜਾ ਹੋ ਗਿਆ, ਕਹਿੰਦਾ ਜੀ ਮੈਂ ਇਹ ਗੱਲ ਕਹੀ ਸੀ। ਉਹ ਕਹਿੰਦਾ ਤੂੰ ਇੰਝ ਕਰ, ਤੇਰਾ ਜਿਹੜਾ ਲੋਕਲ ਇੱਥੇ ਥਾਣਾ ਹੈ, ਨਜ਼ਦੀਕੀ ਥਾਣਾ ਹੈ, ਉੱਥੇ ਜਾ ਕੇ ਇੱਕ ਅਰਜ਼ੀ ਦੇ ਦੇ ਕਿ ਕਾਂਸ਼ੀ ਰਾਮ ਜੀ CIA ਦੇ ਏਜੰਟ ਹੈ। ਅੱਗੇ ਉਹ ਜਿਹੜਾ ਥਾਣੇਦਾਰ ਹੈ ਮੈਨੂੰ 10-15 ਮਿੰਟ ਦੇ ਵਿੱਚ ਹੀ ਫੜ ਕੇ ਲੈ ਜਾਏਗਾ। ਅਗਰ ਤਾਂ ਉਹ ਤੂੰ ਸਾਬਤ ਕਰ ਸਕਿਆ ਕਿ ਮੈਂ CIA ਦਾ ਏਜੰਟ ਹੈ ਤਾਂ ਮੈਨੂੰ ਜੋ ਬਣਦੀ ਸਜ਼ਾ ਉਹ ਹੋ ਜਾਏਗੀ। ਅਗਰ ਤੂੰ ਸਾਬਤ ਨਾ ਕਰ ਸਕਿਆ ਤਾਂ ਮੈਂ ਤੇਰੇ ਉੱਪਰ ਮਾਨਹਾਨੀ ਦਾ ਦਾਅਵਾ ਕਰਾਂਗਾ। ਇਹ ਗੱਲ ਸੁਣ ਕੇ ਉਹ ਤਾਂ ਇੱਕ ਮਾਮੂਲੀ ਮੁਲਾਜ਼ਮ ਸੀ, ਡਰ ਗਿਆ ਕਿ ਜੇ ਸਾਹਿਬ ਨੂੰ ਕੋਈ ਸਜ਼ਾ ਹੋ ਗਈ ਇਹਨਾਂ ਦਾ ਕੁਝ ਨਹੀਂ ਵਿਗੜਨਾ, ਅਗਰ ਮੈਨੂੰ ਸਜ਼ਾ ਹੋ ਗਈ ਮੇਰੀ ਨੌਕਰੀ ਚਲੀ ਜਾਣੀ ਹੈ। ਉਹ ਘਬਰਾ ਗਿਆ ਔਰ ਉਹਨੇ ਫਿਰ ਸਵਾਲ ਕਰਨਾ ਕਿ ਤੂੰ CIA ਦਾ ਏਜੰਟ ਹੈ ਤਾਂ ਛੱਡ ਦਿੱਤਾ। ਬਾਅਦ ਵਿੱਚ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਤੂੰ ਇਹ ਮੈਨੂੰ ਦੱਸ ਵੀ ਤੈਨੂੰ CIA ਏਜੰਟ ਦੀ ਫੁੱਲ ਫਾਰਮ ਦਾ ਪਤਾ ਹੈ? CIA ਏਜੰਟ ਦਾ ਕੰਮ ਕੀ ਹੈ, ਉਹ ਕੀ ਕੰਮ ਕਰਦਾ ਹੈ, ਇਸ ਦੀ ਤੈਨੂੰ ਜਾਣਕਾਰੀ ਹੈ? ਉਹ ਕਹਿੰਦਾ ਜੀ ਨਹੀਂ, ਇਸ ਗੱਲ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਅਤੇ ਫਿਰ ਫਿਰ ਸਾਹਿਬ ਨੇ ਇਹ ਦੱਸਿਆ ਕਿ CIA ਏਜੰਟ ਦਾ ਕੰਮ ਹੈ ਕਿ ਇਸ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਵੇਂ ਕਤਲ ਕਰਨਾ, ਜੌਨ F ਕੈਨੇਡੀ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਕਤਲ ਕਿਵੇਂ ਕਰਨਾ, ਔਰ ਪਾਕਿਸਤਾਨ ਦੀ ਹਕੂਮਤ ਉਹਨੂੰ ਕਿਸ ਤਰ੍ਹਾਂ ਥੱਲੇ ਸੁੱਟਣਾ ਹੈ। ਇਹ CIA ਦਾ ਕੰਮ ਹੈ। ਲੇਕਿਨ CIA ਦਾ ਕੰਮ ਇਹ ਨਹੀਂ ਹੈ ਕਿ ਜਿਹੜੀਆਂ ਤੁਹਾਡੀਆਂ ਰਵਿਦਾਸ ਧਾਰਮਿਕ ਸਭਾ ਇਹਨਾਂ ਦੇ ਪ੍ਰਧਾਨ ਬਣਾਉਣੇ ਜਾਂ ਕਿਹਨੂੰ ਹਟਾਉਣਾ ਕਿਹਨੂੰ ਲਾਉਣਾ, ਇਹ ਕੰਮ ਨਹੀਂ ਹੈ। ਇਸ ਕਰਕੇ ਮੈਂ ਤੈਨੂੰ ਇਹੀ ਬੇਨਤੀ ਕਰਾਂਗਾ ਕਿ ਗਲਤ ਪ੍ਰਚਾਰ ਨਾ ਕਰ, ਔਰ ਜੋ ਅਗਰ ਤੈਨੂੰ ਕੋਈ ਸ਼ੱਕ ਹੈ ਤਾਂ ਤੂੰ ਲੋਕਲ ਥਾਣੇ ਜਾ ਕੇ ਮੇਰੀ ਕੰਪਲੇਂਟ ਕਰ ਸਕਦਾ ਹੈ। ਬਾਬੂ ਜੀ, ਉਸ ਤੋਂ ਬਾਅਦ ਤੁਸੀਂ ਬਾਮ ਸੇਫ ਨਾਲ ਕਾਫੀ ਰਿਲੇਟਡ ਰਹੇ ਆ, ਬਾਮ ਸੇਫ 'ਚ ਕਾਫੀ ਕੰਮ ਕੀਤਾ, ਪਰ ਦਰਸ਼ਕਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰੋ ਬਾਮ ਸੇਫ ਔਰ ਸਾਹਿਬ ਦਰਮਿਆਨ ਡਿਸਪਿਊਟ ਪੈਦਾ ਹੋਣ ਦੇ ਕੀ ਕਾਰਨ ਸੀ, ਉਸ ਡਿਸਪਿਊਟ ਦਾ ਕੀ ਖਮਿਆਜਾ ਭੁਗਤਣਾ ਪਿਆ, ਅਤੇ ਉਸ ਡਿਸਪਿਊਟ ਦੀ ਖਾਤਰ ਮੂਵਮੈਂਟ ਨੂੰ ਕੀ ਫਰਕ ਪਿਆ, ਜਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੂੰ ਕੀ ਫਰਕ ਪਿਆ ਕੋਈ ਕਿ ਨਹੀਂ ਫਰਕ ਪਿਆ? ਬਾਮ ਸੇਫ 6/12/1978 ਨੂੰ ਬਣੀ, ਔਰ ਜਿਹੜਾ ਸਾਡੇ ਦੇਸ਼ ਦਾ ਐਨਸਾਈਕਲੋਪੀਡੀਆ ਹੈ 1979 ਦਾ, ਉਹਦੇ 'ਚ ਬਾਮ ਸੇਫ ਦਾ ਜ਼ਿਕਰ ਆਉਂਦਾ ਹੈ ਐਨਸਾਈਕਲੋਪੀਡੀਆ ਦੇ ਵਿੱਚ। ਔਰ ਇਹ
ਬਾਮਸਬ ਜਿਹੜੀ ਹੈ, ਇਸ ਦਾ ਜਿਹੜਾ ਕੰਮ ਸੀ, ਜਦੋਂ ਸਾਹਿਬ ਨੇ ਇਸ ਨੂੰ ਬਣਾਇਆ, ਇਸ ਨੂੰ ਨਾਨ ਐਜੀਟੇਸ਼ਨਲ ਰੱਖਿਆ, ਨਾਨ ਰਿਲੀਜੀਅਸ ਰੱਖਿਆ ਔਰ ਨਾਨ ਪੋਲੀਟੀਕਲ ਵੀ ਰੱਖਿਆ। ਤਾਂ ਇਹ ਜਿਹੜੀ ਸਾਰੀਆਂ ਘਟਨਾਵਾਂ ਸਨ, ਤੂੰ ਦੇਖਦੇ ਹੋਏ ਮਨੂਵਾਦ ਇਹ ਸਮਝਦਾ ਸੀ ਕਿ ਸਾਹਿਬ ਕਾਂਸ਼ੀ ਰਾਮ ਜੀ ਬਾਮਸੇ ਦੇ ਜ਼ਰੀਆ ਦੇਸ਼ ਦੀ ਪੋਲੀਟੀਕਲ ਪਾਵਰ ਨੂੰ ਖੋਣਾ ਚਾਹੁੰਦੇ ਹਨ। ਇਸ ਡਰ ਦੇ ਮਾਰੇ ਉਹਨਾਂ ਨੇ ਬਾਮਸਬ ਨੂੰ ਤੋੜਨਾ ਚਾਹਿਆ ਔਰ ਬਾਮਸਬ ਦੇ ਕੁਝ ਜਿਹੜੇ ਚੌਧਰੀ ਸੀ, ਬਾਮਸਬ ਦੇ ਪ੍ਰਧਾਨ ਸੀ, ਉਹਨਾਂ ਨੂੰ ਖਰੀਦ ਕੇ ਸਾਹਿਬ ਦੇ ਖਿਲਾਫ ਮੂਵਮੈਂਟ ਖੜੀ ਕਰਕੇ ਇੱਕ ਵੱਖਰੀ ਬਾਮਸਬ ਬਣਾ ਲਈ ਔਰ ਉਸ ਬਾਮਸਬ ਨੂੰ ਉਹਨਾਂ ਨੇ ਰਜਿਸਟਰ ਕਰਾ ਲਿਆ। ਜਦੋਂ ਬਾਮਸਬ ਰਜਿਸਟਰ ਹੋ ਗਈ ਤਾਂ ਜਿਹੜੇ ਮਿਸ਼ਨ ਦੇ ਅਨੁਯਾਈ ਸੀ, ਜਿਹੜੇ ਮਿਸ਼ਨ ਨੂੰ ਚਾਹੁੰਦੇ ਸੀ, ਉਹਨਾਂ ਨੇ ਪੁੱਛਿਆ ਸਾਹਿਬ ਨੂੰ ਵੀ ਸਾਹਿਬ ਜੀ ਹੁਣ ਕੀ ਬਣੇਗਾ ਸਾਡਾ? ਬਾਮਸਬ ਸੇ ਸਾਤੋਂ ਖੋਹ ਲਈ ਹੈ, ਰਜਿਸਟਰ ਕਰਾ ਲਈ ਹੈ, ਤੁਸੀਂ ਤਾਂ ਬਾਮਸਬ ਦੇ ਅਹੁਦੇਦਾਰ ਵੀ ਨਹੀਂ, ਤੁਸੀਂ ਕੀ ਕਰੋਗੇ? ਤਾਂ ਸਾਹਿਬ ਨੇ ਇਹ ਗੱਲ ਕਹੀ ਕਿ ਜੇ ਸਾਡੇ ਦੁਸ਼ਮਣ ਨੇ, ਮਨੂਵਾਦ ਨੇ ਬਾਮਸਬ ਨੂੰ ਰਜਿਸਟਰ ਕਰਾ ਲਿਆ, ਜਿਹੜਾ ਤੁਹਾਡਾ ਦਿਮਾਗ ਹੈ ਇਹ ਤਾਂ ਉਹਨਾਂ ਨੇ ਰਜਿਸਟਰ ਨਹੀਂ ਨਾ ਕਰਾਇਆ, ਇਹ ਦਿਮਾਗ ਤਾਂ ਤੁਹਾਡੇ ਕੋਲ ਹੈ। ਅਤੇ ਉਹਨਾਂ ਨੇ ਸ਼ੁਗਲ ਦੇ ਵਿੱਚ ਇਹ ਗੱਲ ਹੋਰ ਕਹੀ, ਉਹ ਮੈਂ ਜ਼ਰੂਰ ਵਰਣਨ ਕਰਾਂਗਾ। ਕਹਿੰਦਾ ਅੱਗੇ ਵਾਸਤੇ ਇਹ ਗੱਲ ਤਾਂ ਭਾਵੇਂ ਸ਼ੁਗਲ ਦੀ ਸੀ ਪਰ ਬੜੀ ਸਮਝਣ ਵਾਲੀ ਹੈ। ਉਹ ਕਹਿੰਦੇ ਅੱਗੇ ਵਾਸਤੇ ਮੈਂ ਬਾਮਸਬ ਆਪਣੀ ਆਰਗੇਨਾਈਜੇਸ਼ਨ ਦਾ ਨਾਂ ਕੁਛ ਹੋਰ ਰੱਖਾਂਗਾ। ਤਾਂ ਪੁੱਛਿਆ ਜੀ ਉਹ ਕੀ ਨਾਂ ਰੱਖੋਗੇ? ਉਹ ਕਹਿੰਦੇ ਮੈਂ ਆਪਣੀ ਇਸ ਦਾ ਨਾਂ ਰੱਖਾਂਗਾ ਖੋਤਾ ਯੂਨੀਅਨ। ਖੋਤਾ ਯੂਨੀਅਨ ਨੂੰ ਮੈਂ ਰੱਖਿਆ, ਸ਼ਾਇਦ ਰਾਜੀਵ ਗਾਂਧੀ ਰਜਿਸਟਰ ਨਹੀਂ ਕਰਾਏਗਾ। ਇਸ ਕਰਕੇ ਅਸੀਂ ਨਾਂ ਭਾਵੇਂ ਕੋਈ ਰੱਖ ਲਈਏ, ਲੇਕਿਨ ਜਿਹੜੀ ਵਿਚਾਰਧਾਰਾ ਹੈ ਸਾਡੀ ਉਹ ਤਾਂ ਉਹੀ ਰਹੇਗੀ ਨਾ। ਦੇਸ਼ ਦੇ ਵਿੱਚ ਕੋਈ ਵੀ, ਸਾਹਮਣੇ ਇਹ ਗੱਲ ਕਿ ਦੇਸ਼ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਰਾਜ ਨਹੀਂ ਕਰਦੀ, ਨਾ ਭਾਰਤੀ ਜਨਤਾ ਪਾਰਟੀ ਰਾਜ ਕਰਦੀ ਹੈ, ਨਾ ਕਾਂਗਰਸ ਰਾਜ ਕਰਦੀ ਹੈ, ਨਾ ਹੋਰ ਜਿਹੜੀਆਂ ਕਮਿਊਨਿਸਟ ਪਾਰਟੀਆਂ ਉਹ ਰਾਜ ਕੋਈ ਪਾਰਟੀ ਨਹੀਂ ਕਰਦੀ। ਰਾਜ ਤਾਂ ਸਿਰਫ ਇੱਕ ਵਿਚਾਰਧਾਰਾ ਰਾਜ ਕਰਦੀ ਹੈ। ਅੱਜ ਮਨੂਵਾਦੀ ਵਿਚਾਰਧਾਰਾ ਕਾਂਗਰਸ ਜਿਹਦੇ ਕੋਲ ਹੈ, ਕਾਂਗਰਸ ਉਹ ਰਾਜ ਕਰਦੀ ਹੈ ਔਰ ਉੱਥੇ ਮਨੂਵਾਦੀ ਵਿਚਾਰਧਾਰਾ ਚੱਲਦੀ ਹੈ। ਉੱਥੇ ਮਨੂਵਾਦੀ ਵਿਚਾਰਧਾਰਾ ਦੇ ਬਿੱਲ ਪਾਸ ਹੁੰਦੇ, ਉੱਥੇ ਮਨੂਵਾਦੀ ਵਿਚਾਰਧਾਰਾ ਦੇ ਰੂਲਸ ਐਂਡ ਰੈਗੂਲੇਸ਼ਨ ਬਣਦੇ ਹਨ। ਇਸ ਕਰਕੇ ਜਿਹੜੀ ਵਿਚਾਰਧਾਰਾ ਹੈ, ਤੁਹਾਡੇ ਦਿਮਾਗ ਹੈ, ਦਿਮਾਗ ਦੇ ਵਿੱਚ ਹੈ, ਉਹ ਮਨੂਵਾਦ ਨੇ ਰਜਿਸਟਰ ਨਹੀਂ ਕਰਾਈ ਹੈ, ਉਹ ਤੁਹਾਡੇ ਕੋਲ ਹੈ, ਤੁਸੀਂ ਉਸ ਦੇ ਮੁਤਾਬਿਕ ਚੱਲੋ। ਬਾਮਸੇਫ ਕਿਹਨਾਂ ਲੋਕਾਂ ਨੇ ਖਰੀਦੀ ਅਤੇ ਜਿਹੜੇ ਲੋਕ ਵਿਕੇ, ਜਿਨ੍ਹਾਂ 'ਤੇ ਸਾਹਿਬ ਨੇ ਐਲੀਗੇਸ਼ਨ ਲਾਏ ਕਿ ਉਹ ਲੋਕ ਵਿਕ ਗਏ, ਉਹ ਕਿੰਨੇ ਕਰੋੜ ਵਿੱਚ ਵਿਕੇ? ਬਾਮਸਬ ਦੇ ਵਿੱਚ ਇਸ ਤਰ੍ਹਾਂ ਨੇ ਜੀ, ਬੰਦੇ ਜਿਹੜੇ ਉਸ ਵਕਤ ਬਾਮਸਬ ਦੇ ਚੌਧਰੀ ਸੀ ਉਹ ਵਿਕੇ। ਉਹਨਾਂ ਦੇ ਵਿੱਚ ਉਹਨਾਂ ਨੇ ਕਰੋੜਾਂ ਰੁਪਏ ਲਏ ਔਰ ਉਹ ਖਤਮ ਹੋ ਗਏ। ਔਰ ਸਾਹਿਬ ਨੇ ਇੱਕ ਗੱਲ ਇਹ ਕਹੀ ਸੀ ਉਸ ਵਕਤ ਜਦੋਂ ਬਾਮਸਬ ਦੇ ਲੋਕ ਵਿਕੇ, ਔਰ ਆਡੀਟੋਰੀਅਮ ਦੇ ਵਿੱਚ ਇਹ ਗੱਲ ਕਹੀ, ਜਿਹੜੇ ਵਿਕਣ ਵਾਲੇ ਲੋਕ ਹੁੰਦੇ ਨੇ ਉਹ ਪਸ਼ੂ ਹੁੰਦੇ ਹੈ, ਪਸ਼ੂਆਂ ਦੀ ਕੀਮਤ ਹੁੰਦੀ ਹੈ। ਅਗਰ ਇੱਕ ਖੋਤਾ ਵਿਕਦਾ ਹੈ ਤਾਂ ਖੋਤੇ ਦੀ ਆਪਣੀ ਕੀਮਤ ਹੈ। ਇਹ ਸਾਹਿਬ ਦੇ ਬੋਲ ਹੈ, ਖੋਤੇ ਦੀ ਆਪਣੀ ਕੀਮਤ ਹੈ। ਅਗਰ ਇੱਕ ਅਰਬੀ ਘੋੜਾ, ਅਰਬ ਦਾ ਘੋੜਾ ਹੈ, ਉਹ ਵਿਕਦਾ, ਉਹਦੀ ਆਪਣੀ ਕੀਮਤ ਹੈ। ਖੋਤੇ ਦੀ ਕੀਮਤ 5-10 ਹਜ਼ਾਰ ਹੋਏਗੀ, ਅਰਬੀ ਘੋੜੇ ਦੀ ਕੀਮਤ ਜਿਹੜੀ ਹੈ ਲੱਖਾਂ ਰੁਪਏ 'ਚ ਹੋਏਗੀ। ਲੇਕਿਨ ਭਾਵੇਂ ਉਹ ਅਰਬੀ ਘੋੜਾ ਹੈ, ਚਾਹੇ ਉਹ ਖੋਤਾ ਹੈ, ਹੈਗਾ ਪਸ਼ੂ ਹੀ ਹੈ। ਜਿਹੜਾ ਅਰਬੀ ਘੋੜਾ ਉਹ ਵੀ ਪਸ਼ੂ ਹੈ, ਉਹ ਵਿਕ ਗਏ। ਜਿਹੜੀ ਵਿਕਣ ਵਾਲੀ ਮਾਨਸਿਕਤਾ ਹੈ ਇਹ ਪਸ਼ੂਆਂ ਦੀ ਹੁੰਦੀ ਹੈ, ਉਹ ਵਿਕ ਜਾਂਦੇ ਹੈ। ਇਸ ਕਰਕੇ ਹਾਂ, ਸਾਡੇ ਜਿਹੜੇ ਵਿਕੇ ਹੈ, ਮੈਂ ਉਹਨਾਂ ਦੀ ਗੱਲ ਕਰਦਾ ਕਿ ਉਹਨਾਂ ਦੀ ਪਸ਼ੂ ਬਿਰਤੀ ਹੈ, ਪਸ਼ੂਆਂ ਵਰਗੀ ਮਾਨਸਿਕਤਾ ਜਿਹੜੇ ਵਿਕ ਗਏ ਆ, ਜਿਨ੍ਹਾਂ ਨੇ ਬਾਮਸਬ ਨੂੰ ਖਰੀਦ ਕੇ ਵੱਖਰੀ ਬਾਮਸਬ ਬਣਾਈ ਆ, ਉਹ ਪਸ਼ੂ ਕਿਸਮ ਦੇ ਲੋਕ ਹਨ। ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਮੈਂ ਵੀ ਵਿਕ ਸਕਦਾ ਹਾਂ।
ਮੇਰੀ ਵੀ ਕੀਮਤ ਹੈਗੀ ਹੈ। ਜੇ ਖੋਤੇ ਦੀ ਕੀਮਤ ਹੈ, ਅਰਬੀ ਘੋੜੇ ਦੀ ਕੀਮਤ ਹੈਗਾ, ਜਿਹੜਾ ਇੱਕ ਪੰਜਾਬ ਦਾ ਖਵਾਸਪੁਰ ਦਾ ਚਮਾਰ ਹੈ ਉਹਦੀ ਵੀ ਕੀਮਤ ਹੈਗੀ ਹੈ। ਮੇਰੀ ਕੀਮਤ ਹੈ ਕਿ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕਿਸੇ ਚਮਾਰ ਨੂੰ ਬਣਾ ਦਿਓ, ਮੈਂ ਮਨੂਵਾਦ ਨੂੰ ਕੁਛ ਨਹੀਂ ਕਹਾਂਗਾ। ਤੁਸੀਂ ਦੇਸ਼ ਦਾ ਜਿਹੜਾ ਕਾਰੋਬਾਰ ਹੈ ਉਹ ਇੱਕ ਚਮਾਰ ਦੇ ਹੱਥ 'ਚ ਦੇ ਦਿਓ, ਮੇਰੀ ਇਹ ਕੀਮਤ ਹੈ। ਜਿਹੜਾ ਆਡੀਟੋਰੀਅਮ ਵਿੱਚ ਪੀਜੀ ਆਡੀਟੋਰੀਅਮ ਵਿੱਚ ਸਾਹਿਬ ਨੇ ਕੇਡਰ ਕੈਂਪ ਲਾਇਆ ਸੀ ਇੱਕ ਡਿਸਪਿਊਟ ਤੋਂ ਬਾਅਦ, ਬਾਮ ਸੇਫ ਦੇ ਨਾਲ ਡਿਸਪਿਊਟ ਤੋਂ ਬਾਅਦ, ਜਦੋਂ ਉਹਨੇ ਰਜਿਸਟਰਡ ਕਰਾ ਲਈ ਅਤੇ ਉਸ ਤੋਂ ਬਾਅਦ ਸਾਹਿਬ ਨੇ, ਤੁਸੀਂ ਕਦੀ ਸਾਹਿਬ ਨੂੰ ਡਿਮੋਰਲਾਈਜ਼ ਹੁੰਦਾ ਦੇਖਿਆ ਜਾਂ ਕਦੀ ਹਤਾਸ਼ ਜਾਂ ਨਿਰਾਸ਼ ਹੁੰਦੇ ਇਹਨਾਂ ਚੀਜ਼ਾਂ ਤੋਂ ਬਾਅਦ? ਸਾਹਿਬ ਜੀ ਕਦੇ ਵੀ ਨਿਰਾਸ਼ ਨਹੀਂ ਹੋਏ। ਸਾਹਿਬ ਜੀ ਨੇ ਜਦੋਂ ਬਾਮਸੋਫ 'ਤੇ ਅਟੈਕ ਹੋਇਆ, ਬਾਮਸੋਫ ਨੂੰ ਵੱਖਰੇ ਕਰ ਲਿਆ, ਤਾਂ ਸਾਹਿਬ ਨੇ ਤਾਂ ਇਹ ਗੱਲ ਕਹੀ ਸੀ, ਵੈਲਕਮ ਅਟੈਕ। ਉਹਨਾਂ ਨੇ ਇਸ ਅਟੈਕ ਨੂੰ ਵੈਲਕਮ ਕੀਤਾ ਸੀਗਾ, ਭਾਵੇਂ ਕਿ ਇਹ ਲਫ਼ਜ਼ ਮੂੰਹ ਸੇ ਤੁੰਗਦੇ ਸੀ। ਉਹ ਕਹਿੰਦੇ ਹੁੰਦੇ ਸੀ ਕਿ ਅਗਰ ਕਿਸੇ ਇਨਸਾਨ ਦੇ ਉੱਪਰ, ਕਿਸੇ ਆਰਮੀ ਦੇ ਉੱਪਰ, ਕਿਸੇ ਸਕੂਲ ਦੇ ਉੱਪਰ, ਕਿਸੇ ਵਿਚਾਰਧਾਰਾ ਦੇ ਉੱਪਰ ਅਟੈਕ ਨਹੀਂ ਹੁੰਦਾ ਤਾਂ ਤੁਸੀਂ ਇਹ ਸਮਝ ਲਓ ਤਾਂ ਤੁਸੀਂ ਉਹਨਾਂ ਦੇ ਲੈਵਲ ਤੋਂ ਬਹੁਤ ਥੱਲੇ ਹੋ। ਤੁਹਾਡੀ ਵਿਚਾਰਧਾਰਾ, ਤੁਹਾਡੀਆਂ ਆਰਮੀਆਂ ਕੁਛ ਵੀ ਹੈ ਨਹੀਂ ਅਗਰ ਤੁਹਾਡੇ ਪਰ ਅਟੈਕ ਨਹੀਂ ਹੁੰਦਾ। ਕਹਿੰਦਾ ਇਹ ਬਹੁਤ ਅੱਛੀ ਗੱਲ ਹੋਏਗੀ ਕਿ ਅਗਰ ਕਿਸੇ ਵਿਚਾਰਧਾਰਾ ਦੇ ਉੱਪਰ ਅਟੈਕ ਹੁੰਦਾ ਹੈ ਤਾਂ ਦੁਸ਼ਮਣ ਨੂੰ ਇਹ ਪਤਾ ਲੱਗ ਜਾਂਦਾ ਹੈਗਾ ਕਿ ਅਸੀਂ ਦੁਸ਼ਮਣ ਦੇ ਵਿੱਚ ਔਰ ਆਪਣੇ ਵਿੱਚ ਇੱਕ ਡਿਮਾਰਕੇਸ਼ਨ ਕਰ ਦਿੱਤੀ ਹੈਗੀ ਹੈ, ਇੱਕ ਹੱਦਬੰਦੀ ਕਰਤੀ ਹੈ ਕਿ ਸਾਡਾ ਰਸਤਾ ਇਹ ਹੈ, ਤੁਹਾਡਾ ਰਸਤਾ ਇਹ ਹੈ। ਅਗਰ ਅਟੈਕ ਹੋਏਗਾ ਤਾਂ ਇਹ ਸਮਝ ਲਓ ਕਿ ਤੁਹਾਡੀ ਜਿਹੜੀ ਡਿਮਾਰਕੇਸ਼ਨ ਦੀ ਲਾਈਨ ਹੈ ਉਹ ਦੁਸ਼ਮਣ ਦੇ ਸਮਝ ਆਵੇ। ਅਗਰ ਦੁਸ਼ਮਣ ਹੋਰ ਜ਼ਿਆਦਾ ਅਟੈਕ ਕਰਦਾ ਹੈਗਾ ਤਾਂ ਇਹ ਬਹੁਤ ਚੰਗੀ ਗੱਲ ਹੋਏਗੀ। ਜਿੰਨਾ ਉਹ ਅਟੈਕ ਕਰੇਗਾ ਉਨਾ ਮੈਨੂੰ ਹੌਸਲਾ ਮਿਲੇਗਾ, ਕਿਉਂਕਿ ਮੈਂ ਸਮਝ ਜਾਵਾਂਗਾ ਜੇ ਜ਼ਿਆਦਾ ਅਟੈਕ ਕਰੇਗਾ ਤਾਂ ਮੇਰੀ ਸਮਝ 'ਚ ਇਹ ਗੱਲ ਆ ਜਾਏਗੀ ਕਿ ਦੁਸ਼ਮਣ ਦੇ ਵਿੱਚ ਔਰ ਮੇਰੇ ਵਿੱਚ ਜਿਹੜੀ ਸਾਡੀ ਡਿਮਾਰਕੇਸ਼ਨ ਦੀ ਲਾਈਨ ਹੈ ਉਹ ਬਹੁਤ ਵੱਡੀ ਹੋ ਗਈ ਹੈ। ਔਰ ਇਸ ਡਿਮਾਰਕੇਸ਼ਨ ਦੇ ਵਿੱਚ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ ਹੈ। ਕਿਆ ਪ੍ਰਾਪਤ ਕੀਤਾ? ਦੇਸ਼ ਦੇ ਸਭ ਤੋਂ ਬੜੇ ਸੂਬੇ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਪੰਜਾਬ ਦੇ ਵਿੱਚ ਵੀ ਆਪਾਂ MLA ਬਣਾਏ। ਆਪਾਂ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਸਰਕਾਰ ਬਣਾਈ ਤਾਂ ਦੁਸ਼ਮਣ ਦੇ ਵਿੱਚ ਉਹਨਾਂ ਨੇ ਹੋਰ ਅਟੈਕ ਕੀਤੇ ਔਰ ਜਿੰਨਾ ਉਹ ਅਟੈਕ ਕਰਦਾ ਸੀ ਉਹਨਾਂ ਮੈਂ ਉਹਨਾਂ ਨੂੰ ਵੈਲਕਮ ਕਰਦਾ ਸੀਗਾ। ਅਟੈਕ ਤੋਂ ਬਾਅਦ ਅਸੀਂ ਨਿਰਾਸ਼ ਨਹੀਂ ਹੋਏ। ਮੈਂ ਆਪਣੇ ਲੋਕਾਂ ਨੂੰ ਉਸ ਅਟੈਕ ਤੋਂ ਜਾਣੂ ਕਰਾ ਕੇ ਉਹਨਾਂ ਦੇ ਹੌਸਲੇ ਵਧਾਏ। ਬਾਮ ਸੇਫ ਨੂੰ ਖਰੀਦਣ ਵਾਲੇ ਕਿਹੜੇ ਲੋਕ ਸੀ ਜਿਨ੍ਹਾਂ 'ਤੇ ਸਾਹਿਬ ਨੇ ਐਲੀਗੇਸ਼ਨ ਲਾਏ ਸੀ? ਉਹਨਾਂ ਬਾਰੇ ਵੀ ਦੱਸੋ। ਅਤੇ ਵਿਕਣ ਵਾਲੇ ਸਭ ਤੋਂ ਵੱਧ ਕਿਸ ਸਟੇਟ ਦੇ ਲੋਕ ਸੀ? ਮਹਾਰਾਸ਼ਟਰ ਦੇ ਲੋਕ ਜ਼ਿਆਦਾ ਸੀਗੇ ਜਾਂ ਪੰਜਾਬ ਦੇ ਲੋਕ ਜ਼ਿਆਦਾ? ਬਾਮਸੋ ਨੂੰ ਖਰੀਦਣ ਵਾਸਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਔਰ ਪੰਜਾਬ ਦਾ ਉਸ ਵੇਲੇ ਦਾ ਗਵਰਨਰ ਅਰਜੁਨ ਸਿੰਘ, ਇਹਨਾਂ ਨੇ ਪੰਜਾਬ ਦੀ ਬਾਮਸੋ ਨੂੰ, ਪੰਜਾਬ ਦੇ ਉਸ ਵਕਤ ਦੀ ਚੌਧਰੀਆਂ ਨੂੰ ਖਰੀਦਿਆ ਔਰ ਉਹਨਾਂ ਨੇ ਕਰੋੜਾਂ ਰੁਪਏ ਲੈ ਕੇ ਬਾਮਸੋ ਆਪਣੇ ਰਜਿਸਟਰ ਕਰਾ ਲਈ। ਇਹੀ ਕਾਰਨ ਸੀ ਉਹਨਾਂ ਦੇ ਜਿਹੜੇ ਪੈਸੇ ਲਏ ਸੀ ਉਹਨਾਂ ਨੇ ਰਾਜੀਵ ਗਾਂਧੀ ਕੋਲੋਂ ਜਾਂ ਅਰਜਨ ਸਿੰਘ ਕੋਲੋਂ ਪੈਸੇ ਲੈਣ ਦਾ ਕਾਰਨ ਇਹੀ ਸੀ। ਉਹਨਾਂ ਨੇ ਆਪਣੀ ਇੱਕ ਵੱਖਰੀ ਬਾਮਸੋ ਬਣਾ ਲਈ ਔਰ ਉਹ ਬਾਮਸੋ ਉਹ ਬਣਾਈ ਜਿਹੜੀ ਰਾਜੀਵ ਗਾਂਧੀ ਔਰ ਅਰਜਨ ਸਿੰਘ ਦੇ ਇਸ਼ਾਰਿਆਂ 'ਤੇ ਕੰਮ ਕਰੇਗੀ, ਕਾਂਸ਼ੀ ਰਾਮ ਦੇ ਇਸ਼ਾਰਿਆਂ 'ਤੇ ਕੰਮ ਨਹੀਂ ਕਰੇਗੀ। ਐਸੀ ਬਾਮਸੋ ਉਹਨਾਂ ਨੇ ਵੱਖਰੀ ਬਣਾ ਲਈ। ਸਾਹਿਬ ਕਾਂਸ਼ੀ ਰਾਮ ਜੀ ਵੀ ਕਹਿੰਦੇ ਸੀ ਕਿ ਘੱਟੋ ਘੱਟ ਰਾਜੀਵ ਗਾਂਧੀ ਨੇ 45 ਕਰੋੜ ਰੁਪਈਆ ਫੰਡ ਰੱਖਿਆ ਸੀ ਬਾਮ ਸੇਫ ਨੂੰ ਖਰੀਦਣ ਦਾ, ਪਰ ਜਿਹੜੇ ਬਾਮ ਸੇਫ ਦੇ ਲੋਕ ਸੀ ਉਹ 5 ਕਰੋੜ ਵਿੱਚ ਵਿਕ ਗਿਆ। ਤਾਂ ਸਾਹਿਬ ਦੀ ਇੱਕ ਪ੍ਰਤੀਕਿਰਿਆ ਵੀ ਸੀ ਸ਼ਾਇਦ ਉਹ ਪੀਜੀ ਆਡੀਟੋਰੀਅਮ ਵਿੱਚ ਕਿ ਜਿਨ੍ਹਾਂ ਨੂੰ ਪਨੂਨ ਝੋਟੀ ਦੇ ਭਾਅ ਵਿਕਣਾ ਚਾਹੀਦਾ ਸੀ
ਬਾਮ ਸਿਫ ਦੇ ਜਿਹਨਾਂ ਲੋਕਾਂ ਨੂੰ ਪਲੂਣ ਝੋਟੀ ਦੇ ਭਾਅ ਵਿਕਣਾ ਚਾਹੀਦਾ ਸੀ। ਮੈਨੂੰ ਦੁੱਖ ਹੈ ਕਿ ਉਹ ਤੋਕੜ ਮਾਈ ਦੇ ਭਾਅ ਵਿਕ ਗਿਆ। ਅਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਵੀ ਸਟੇਟਮੈਂਟ ਸੀ ਕਿ ਬਾਮ ਸਿਫ ਨਾਂ ਦਾ ਜਿਹੜਾ ਅੰਬ ਆ ਉਹ ਮੈਂ ਸਾਰੇ ਦੇ ਸਾਰੇ ਚੂਸ ਲਿਆ ਹੈ ਅਤੇ ਉਹਦੀ ਜਿਹੜੀ ਗੁਥਲੀ ਹੈ ਉਹ ਜਿਹਨੇ ਵੀ ਆਪਣੇ ਘਰ ਨੂੰ ਲਿਜਾਣੀ ਲੈ ਜਾਵੇ। ਅਤੇ ਬਾਮ ਸਿਫ ਦੇ ਇਹਨਾਂ ਸਟੇਟਮੈਂਟਾਂ ਦਾ ਕੀ ਬਾਮ ਸਿਫ ਦੇ ਜਿਹੜੇ ਲੋਕ ਨਿਕਲ ਗਏ ਸੀ, ਬਾਮ ਸਿਫ ਛੱਡ ਗਏ ਸੀ, ਕਿ ਉਹਨਾਂ 'ਤੇ ਕੋਈ ਇੱਦਾਂ ਦਾ ਅਸਰ ਵੀ ਹੋਇਆ ਕਿ ਜਾਂ ਕੁਛ ਉਹਨਾਂ 'ਚੋਂ ਵਾਪਸ ਵੀ ਆ ਗਏ ਜਾਂ ਉਹ ਬਿਲਕੁਲ ਇੱਕ ਲੀਹ ਕੇ ਖਿੱਚੋਗੇ? ਜਿਹੜੇ ਲੋਕ ਉਸ ਵਕਤ ਵਿਕੇ ਸੀ, ਸਾਹਿਬ ਦਾ ਇਹ ਪੱਕਾ ਅਸੂਲ ਸੀ ਕਿ ਉਹਨਾਂ ਨੂੰ ਮੁੜ ਕੇ ਆਪਣੇ ਮਿਸ਼ਨ ਦੇ ਵਿੱਚ ਨਹੀਂ ਲੈਣਾ, ਭਾਵੇਂ ਉਹ ਬਾਮਸਫ ਹੋਵੇ ਚਾਹੇ ਪੋਲੀਟੀਕਲ ਪਾਰਟੀ ਬਹੁਜਨ ਸਮਾਜ ਪਾਰਟੀ, ਉਹਨਾਂ ਨੂੰ ਵਾਪਸ ਨਹੀਂ ਲਿਆ, ਨਾ ਉਹ ਉਹਨਾਂ ਨੂੰ ਲੈਣਾ ਚਾਹੁੰਦੇ ਸੀਗੇ। ਉਹਨਾਂ ਦਾ ਇੱਕ ਇਹ ਜਿਹੜਾ ਪੱਕਾ ਅਸੂਲ ਸੀ ਕਿ ਬਾਮਸਫ ਜਿਹੜੀ ਹੈ ਜਾਂ ਬਹੁਜਨ ਸਮਾਜ ਪਾਰਟੀ ਜਿਹੜੀ ਉਹਨਾਂ ਨੇ 1984 'ਚ ਬਣਾਈ ਹੈ, ਇਹ ਕੋਈ ਸਰਾਹ ਨਹੀਂ ਹੈ ਵੀ ਜਦੋਂ ਕੋਈ ਮਰਜ਼ੀ ਇੱਥੇ ਆ ਜਾਏ ਅਤੇ ਜਦੋਂ ਮਰਜ਼ੀ ਚਲਾ ਜਾਏ। ਜਿਹੜਾ ਇੱਕ ਵਾਰੀ ਚਲਾ ਗਿਆ ਉਸ ਨੂੰ ਵਾਪਸ ਲੈਣਾ ਇਹ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਅਸੂਲ ਦੇ ਖਿਲਾਫ ਹੈ। ਉਹਨਾਂ ਨੂੰ ਵਾਪਸ ਨਹੀਂ ਲੈਣਾ ਚਾਹੀਦਾ ਸੀ। ਉਹ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦਾ ਜਿਹੜਾ ਚਮਾਰ ਹੈ ਉਹ ਜੁੱਤੀਆਂ ਬਣਾਉਣੀਆਂ ਵੀ ਜਾਣਦਾ, ਜੁੱਤੀਆਂ ਖਾਣੀਆਂ ਵੀ ਜਾਣਦਾ, ਤਾਂ ਇਸ ਕਰਕੇ ਉਹਨਾਂ ਨੇ ਇਹ ਜੁੱਤੀਆਂ ਖਾਣ ਵਾਲਾ ਕੰਮ ਸੀ ਜਿਹੜਾ ਉਹ 5 ਕਰੋੜ ਦੇ ਵਿੱਚ ਵਿਕ ਗਏ ਹੈਗੇ। ਅਕਸਰ ਅਸੀਂ ਦੇਖਿਆ ਵੀ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿੱਚ ਸਾਹਿਬ ਜਦ ਵੀ ਆਉਂਦੇ ਸੀ ਤਾਂ ਪੰਜਾਬ ਦੇ ਚਮਾਰਾਂ ਨੂੰ ਜਾਂ ਖਾਸ ਕਰਕੇ ਦੁਆਬੇ ਦੇ ਚਮਾਰਾਂ ਨੂੰ ਉਹ ਬੜਾ ਟਾਰਗੇਟ ਕਰਦੇ ਸੀ ਕਿ ਜਾਂ ਉਹ ਦੁਆਬੇ ਦਾ ਚਾਰ ਜਿਹੜਾ ਮਿਸ਼ਨ ਮੂਵਮੈਂਟ ਨਾਲ ਨਹੀਂ ਵੱਜਿਆ ਹੋਇਆ, ਆਪਣੀ ਸਰਵਿਸ ਨਾਲ ਜਾਂ ਆਪਣੀ ਟਰਾਂਸਫਰ ਨਾਲ ਵੱਜਿਆ ਹੋਇਆ, ਇਹੋ ਜਿਹੇ ਸ਼ਬਦ ਉਹ ਕਿਉਂ ਮਤਲਬ ਝੰਜੋੜਨ ਲਈ ਵਰਤਦੇ ਸੀ ਕਿ ਜਾਂ ਉਹ ਦੁਖੀ ਹੋ ਕੇ ਵਰਤਦੇ ਸੀ? ਸਾਹਿਬ ਕਾਂਸ਼ੀ ਰਾਮ ਜੀ ਪੰਜਾਬ ਦੇ ਚਮਾਰਾਂ ਨੂੰ ਬਹੁਤ ਤਾੜਦੇ ਸੀ, ਬਹੁਤ ਕੁਛ ਕਹਿੰਦੇ ਸੀ, ਝਿੜਕਦੇ ਵੀ ਸੀ। ਔਰ ਉਹਨਾਂ ਨੇ ਪੰਜਾਬ ਦਾ ਜਿਹੜਾ ਇਹ ਗੱਲ ਜਿਹੜੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਕਿਹਾ ਕਰਦੇ ਸੀ ਕਿ ਉਹ ਸਰਵਿਸ ਤੱਕ ਹੀ ਸੀਮਤ ਹੈ, ਇਹ ਗੱਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵੀ ਕਹੀ ਸੀ। ਮੈਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੋ ਵਿਚਾਰਧਾਰਾ ਸੀ ਉਸ ਨੂੰ ਹੀ ਸੰਘਰਸ਼ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਚੱਲੇ ਨੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ, ਉਹ ਕਹਿੰਦੇ ਸੀ ਕਿ ਆਹ ਜਿਹੜੀ ਪੜ੍ਹਿਆਂ ਲਿਖਿਆਂ ਦੀ ਜਮਾਤ ਮੇਰੇ ਕੋਲ ਆ ਗਈ ਹੈ ਇਹ ਬੇਈਮਾਨ ਲੋਕ ਨਿਕਲੇ ਨੇ, ਜਿੰਨੇ ਵੀ ਬਿਊਰੋਕਰੇਟਸ ਆਏ ਨੇ ਇਹ ਸਾਰੇ ਬੇਈਮਾਨ ਨਿਕਲੇ ਨੇ। ਮੈਂ ਤਾਂ ਇਹ ਸੋਚਦਾ ਸੀ ਕਿ ਮੈਂ ਇਕੱਲਾ ਪੜ੍ਹਿਆ ਲਿਖਿਆ ਸੀ, ਜੇ ਮੇਰੇ ਵਰਗੇ 25-30 ਆਦਮੀ ਹੋਰ ਪੜ੍ਹ ਲਿਖ ਗਏ ਤਾਂ ਇਸ ਦੇਸ਼ ਦਾ ਕੁਝ ਸਵਾਰ ਸਕਣਗੇ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਡਾਕਟਰ ਅੰਬੇਡਕਰ ਦੇ ਜਾਣ ਤੋਂ ਬਾਅਦ ਉਹਨਾਂ ਵਰਗਾ ਉਹਨਾਂ ਦੇ ਮਿਸ਼ਨ 'ਚ ਚੱਲਣ ਵਾਲਾ ਕੋਈ ਵੀ ਆਦਮੀ ਤਿਆਰ ਨਹੀਂ ਹੋਇਆ, ਸਿਰਫ ਨੌਕਰੀਆਂ ਤੱਕ ਹੀ ਸੀਮਤ ਰਹੇ। ਮੇਰੀ ਜੀ ਪ੍ਰਮੋਸ਼ਨ ਕਰਵਾ ਦਿਓ, ਮੈਨੂੰ ਐਸੀ ਜਗ੍ਹਾ 'ਤੇ ਲਗਾ ਦਿਓ ਜਿੱਥੇ ਆਮਦਨ ਚੰਗੀ ਹੋਵੇ, ਮੇਰੀ ਬਦਲੀ ਇਸ ਜਗ੍ਹਾ ਕਰ ਦੇ ਜਿਹੜਾ ਜਿੱਥੇ ਮੈਨੂੰ ਘਰ ਦੇ ਨੇੜੇ ਹੋਵੇ। ਪਹਿਲੇ ਤਾਂ ਸਮਾਂ ਇਹ ਸੀ ਕਿ ਸਾਨੂੰ ਨੌਕਰੀ ਮਿਲਦੀ ਨਹੀਂ ਸੀ, ਨੌਕਰੀ ਅਗਰ ਮਿਲ ਜਾਏ ਸਾਨੂੰ ਕਿਤੇ ਵੀ ਮਿਲ ਜਾਏ ਅਸੀਂ ਜਾ ਕੇ ਜੁਆਇਨ ਕਰ ਲੈਂਦੇ ਸੀ। ਅੱਜ ਸਮਾਂ ਉਹ ਆ ਗਿਆ, ਸਾਨੂੰ ਨੌਕਰੀ ਵੀ ਮਿਲਦੀ ਹੈ, ਫਿਰ ਅਸੀਂ ਇਹ ਵੀ ਸੋਚਦੇ ਹਾਂ ਵੀ ਸਾਡੇ ਘਰ ਤੋਂ 1 ਕਿਲੋਮੀਟਰ ਦੇ ਲਾਗੇ ਸਾਡਾ ਦਫ਼ਤਰ ਹੋਵੇ। ਇਸ ਕਰਕੇ ਅਸੀਂ ਅੱਜ ਨੌਕਰੀਆਂ ਦੇ ਮਗਰ ਪੈ ਗਏ। ਕਾਂਸ਼ੀ ਰਾਮ ਜੀ ਕਿਹਾ ਕਰਦੇ ਸੀ ਕਿ ਅਸੀਂ ਆਪਣੇ ਸਮਾਜ ਦੇ ਵਾਸਤੇ ਕੀ ਕਰ ਰਹੇ ਹਾਂ। ਸਮਾਜ ਤੁਹਾਡਾ ਪੜ੍ਹੇ ਲਿਖਿਆ ਦਾ ਕੰਮ ਇਹ ਸੀ ਕਿ ਜਿਹੜਾ ਸਾਡਾ ਮੁਲਾਜ਼ਮ ਹੈ, ਮੁਲਾਜ਼ਮ ਨੂੰ ਅਗਰ ਨੌਕਰੀ ਮਿਲਦੀ ਹੈ ਤਾਂ ਉਹਦੀ ਐਜੂਕੇਸ਼ਨ ਦੇਖੀ ਜਾਂਦੀ ਹੈ। ਅਗਰ ਉਹਨੇ ਟੈਕਨੀਕਲੀ ਕੋਈ ਕੰਮ ਕਰਨਾ, ਕਿਆ ਉਹਨੇ ਉਸ ਟੈਕਨੀਕਲ ਦਾ ਕੋਰਸ ਕੀਤਾ ਹੈ, ਕਿਆ ਉਹਦੀ ਐਜੂਕੇਸ਼ਨ ਗ੍ਰੈਜੂਏਸ਼ਨ ਹੈ, BA ਹੈ। ਇਹ ਗ੍ਰੈਜੂਏਸ਼ਨ ਹੋਣ ਤੋਂ ਬਾਅਦ ਉਹਨੂੰ ਨੌਕਰੀ ਮਿਲਦੀ ਸੀ। ਲੇਕਿਨ ਇਸ ਤੋਂ ਬਾਅਦ ਇੱਕ ਹੋਰ ਵੀ ਸਰਟੀਫਿਕੇਟ ਸੀਗਾ, ਉਹ ਸੀ ਕਿਆ ਤੂੰ ਕਿਸੇ ਚਮਾਰ ਦੇ ਘਰ ਪੈਦਾ ਹੋਇਆ। ਉਹ ਚਮਾਰ ਦੇ ਘਰ ਪੈਦਾ ਹੋਣ ਦਾ ਸਰਟੀਫਿਕੇਟ ਵੀ ਸਾਨੂੰ SDM ਤੋਂ ਲੈਣਾ ਪੈਂਦਾ ਸੀ। ਔਰ ਉਹ ਜਿਹੜਾ ਸਰਟੀਫਿਕੇਟ ਅਗਰ ਨਹੀਂ ਹੈ ਤਾਂ ਤੁਸੀਂ ਜਿੰਨੀਆਂ ਮਰਜ਼ੀਆਂ ਡਿਗਰੀਆਂ ਕੀਤੀਆਂ ਮੈਂ ਤੁਹਾਨੂੰ ਨੌਕਰੀ ਨਹੀਂ ਮਿਲੇਗੀ। ਰੈਜ਼ੀਡੈਂਟ ਦੇ ਤੁਹਾਨੂੰ ਨੌਕਰੀ ਤਾਂ ਹੀ ਮਿਲੇਗੀ ਜੇ ਤੁਹਾਡੇ ਕੋਲ ਚਮਾਰ ਹੋਣ ਦਾ ਸਬੂਤ ਹੈ। ਇਸ ਕਰਕੇ ਅਸੀਂ ਚਮਾਰਾਂ ਅਸੀਂ ਆਪਣੀ ਬਰਾਦਰੀ ਦੇ ਨਾਂ 'ਤੇ ਨੌਕਰੀ ਤਾਂ ਲੈ ਲਈ, ਅਸੀਂ ਬਰਾਦਰੀ ਨੂੰ ਪੇਬੈਕ ਕੁਛ ਕੀਤਾ, ਪੇਬੈਕ ਟੂ ਸੁਸਾਇਟੀ ਕੁਛ ਕੀਤਾ,
ਕਿ ਅਸੀਂ ਇਸ ਕਾਂਸ਼ੀਰਾਮ ਦੀ ਮੂਵਮੈਂਟ ਨੂੰ ਜਾਂ ਡਾਕਟਰ ਅੰਬੇਡਕਰ ਦੀ ਮੂਵਮੈਂਟ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਕੋਲ ਸਮਾਂ ਵੀ ਹੈ। ਜਿੰਨਾ ਫਾਇਦਾ ਅੰਬੇਡਕਰ ਮੂਵਮੈਂਟ ਦਾ ਔਰ ਕਾਂਸ਼ੀਰਾਮ ਜੀ ਨੇ ਜਿਹੜਾ ਉਹ ਸਾਨੂੰ ਯਾਦ ਕਰਾਇਆ, ਜਿੰਨਾ ਫਾਇਦਾ ਅੰਬੇਡਕਰ ਮੂਵਮੈਂਟ ਦਾ ਮੁਲਾਜ਼ਮਾਂ ਨੂੰ ਹੋਇਆ, ਉਹਨਾਂ ਹੋਰ ਕਿਸੇ ਜਮਾਤ ਨੂੰ ਨਹੀਂ ਹੋਇਆ। ਜਿਹੜਾ ਸੜਕ 'ਤੇ ਰੋੜੀ ਕੁੱਟਦਾ ਔਰ ਬਾਜ਼ਾਰ 'ਚ ਬੈਠ ਕੇ ਜਿਹੜਾ ਜੁੱਤੀਆਂ ਗਿਣਦਾ, ਉਹਨੂੰ ਰਿਜ਼ਰਵੇਸ਼ਨ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ। ਫਾਇਦਾ ਤਾਂ ਜਿਹੜਾ ਨੌਕਰੀ ਕਰਦਾ ਉਹਨੂੰ ਹੋਇਆ। ਇਸ ਕਰਕੇ ਉਹਨਾਂ ਦਾ ਇਹ ਫਰਜ਼ ਬਣਦਾ ਹੈਗਾ ਕਿ ਅਸੀਂ ਸੁਸਾਇਟੀ ਨੂੰ ਪੇ ਬੈਕ ਕਰੀਏ। ਪੇ ਬੈਕ ਕਿਸ ਤਰ੍ਹਾਂ ਕਰਨਾ? ਤੁਸੀਂ ਆਪਣੀ, ਜੇ ਤੁਹਾਨੂੰ 4000 ਤਨਖਾਹ ਮਿਲਦੀ ਹੈ, ਤੁਸੀਂ ਤਨਖਾਹ ਨਹੀਂ ਵੰਡਣੀ, ਤੁਸੀਂ ਆਪਣਾ ਟਾਈਮ ਦੇਣਾ ਸੁਸਾਇਟੀ ਨੂੰ। 24 ਘੰਟਿਆਂ ਦੇ ਵਿੱਚੋਂ ਤੁਸੀਂ 8 ਘੰਟੇ ਦਫ਼ਤਰ ਜਾਂਦੇ ਹੋ, 8 ਘੰਟੇ ਸੌ ਲੈਂਦੇ ਹੋ, 16 ਘੰਟੇ ਲਾ ਕੇ ਬਾਕੀ ਤੁਹਾਡੇ ਕੋਲ 8 ਘੰਟੇ ਬਚਦੇ ਆ। ਤੁਸੀਂ 8 ਘੰਟੇ ਆਪਣੀ ਸਮਾਜ ਦੀ ਸੇਵਾ ਵਾਸਤੇ ਲਗਾ ਦਿਓ। ਸਮਾਜ ਨੂੰ, ਉਹਨਾਂ ਨੂੰ ਪ੍ਰੇਰਿਤ ਕਰੋ ਕਿ ਤੁਸੀਂ ਪੜ੍ਹੋ ਔਰ ਕੰਮ ਕਰੋ। ਉਹਨਾਂ ਨੂੰ ਹੋਰ ਜੋ ਵੀ ਉਹਨਾਂ ਨੂੰ ਐਜੂਕੇਸ਼ਨ ਤੁਸੀਂ ਦੇ ਸਕਦੇ ਹੈ, ਇਹ ਮੁਲਾਜ਼ਮ ਹੀ ਦੇ ਸਕਦਾ ਹੈ। ਜਿਹੜਾ ਇੱਕ ਰੋੜੀ ਕੁੱਟਣ ਵਾਲਾ ਮਜ਼ਦੂਰ ਆ ਉਹ ਨਹੀਂ ਦੇ ਸਕਦਾ। ਬਾਬਾ ਜੀ, ਤੁਸੀਂ ਸਾਹਿਬ ਕਾਂਸ਼ੀਰਾਮ ਦੇ ਖਾਸ ਕਰਕੇ 1980 ਦੇ ਦੌਰ ਨੂੰ ਦੇਖਿਆ ਹੋਵੇਗਾ, ਕਿੰਨਾ ਉਹ ਆਰਥਿਕ ਤੌਰ 'ਤੇ ਬੜਾ ਉਸ ਵੇਲੇ ਸਥਿਤੀ ਬੜੀ ਕਮਜ਼ੋਰ ਸੀ। ਉਹਨਾਂ ਨੂੰ ਸੰਘਰਸ਼ ਕਰਦੇ ਦੇਖਿਆ, ਮਤਲਬ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਕਿਹੋ ਜਿਹਾ ਸੀ ਉਸ ਵੇਲੇ? ਦੇਖੋ ਜੀ, ਖਾਣ ਪੀਣ ਦੀ ਬੜਾ ਸਿੰਪਲ ਖਾਣ ਪੀਣ ਸੀ ਉਹਨਾਂ ਦਾ। ਖਾਣ ਪੀਣ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਸੀ। ਫਿਕਰ ਤਾਂ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੇ ਹੋਟਲਾਂ 'ਚ ਜਾ ਕੇ ਖਾਣਾ, ਲਗਜ਼ਰੀ ਖਾਣੇ ਖਾਣੇ, ਲਗਜ਼ਰੀ ਕੋਚਾਂ 'ਤੇ ਜਾ ਕੇ ਬੈਠਣਾ। ਸਾਹਿਬ ਨੂੰ ਤਾਂ ਕੋਈ ਫਿਕਰ ਨਹੀਂ। ਉਹ ਤਾਂ ਕਹਿੰਦੇ ਸੀ ਮੈਨੂੰ ਟੁੱਟੀ ਉਹ ਮੰਜੀ ਮਿਲ ਜਾਏ, ਮੈਂ ਉੱਥੇ ਜਾ ਕੇ ਬਹਿ ਜਾਣਾ, ਸੁੱਕੀ ਰੋਟੀ ਮਿਲ ਜਾਏ ਉਹ ਖਾ ਲੈਣੀ ਹੈਗੀ। ਇਸ ਗੱਲ ਦਾ ਉਹਨਾਂ ਨੂੰ ਕੋਈ ਇੱਦਾਂ ਦਾ ਫਿਕਰ ਨਹੀਂ ਸੀਗਾ। ਬਾਕੀ ਜਿੱਥੋਂ ਤੱਕ ਮੂਵਮੈਂਟ ਦਾ ਗੱਲ ਹੈ, ਉਹ ਸਮਝਾਇਆ ਕਰਦੇ ਸੀ ਕਿ ਅਸੀਂ ਵੀ ਸਾਡਾ ਸਮਾਜ, ਅਸੀਂ ਮੁਲਾਜ਼ਮ ਲੋਕ, ਮੈਂ ਮੁਲਾਜ਼ਮਾਂ ਨੂੰ ਕਹੂੰਗਾ, ਮੁਲਾਜ਼ਮ ਲੋਕ ਸਾਹਿਬ ਕਾਂਸ਼ੀਰਾਮ ਦੀ ਸੰਘਰਸ਼ ਦੇ ਪ੍ਰਤੀ ਵੀ ਬੇਈਮਾਨ ਰਹੇ। ਸਾਹਿਬ ਕਹਿ ਕਰਦੇ ਸੀ ਕਿ ਇਹ ਸਾਡੀ ਇਸ ਦੇਸ਼ ਦੇ ਵਿੱਚ 100 ਕਰੋੜ ਦੇ ਵਿੱਚੋਂ 80 ਕਰੋੜ ਦੀ ਆਬਾਦੀ ਹੈ। ਅਸੀਂ 80 ਕਰੋੜ ਬੰਦਾ 1-1 ਰੁਪਈਆ ਵੀ ਇਕੱਠਾ ਕਰੀਏ ਤਾਂ 80 ਕਰੋੜ ਰੁਪਈਆ ਅਸੀਂ ਇੱਕ ਮਹੀਨੇ 'ਚ ਕਰ ਸਕਦੇ ਹਾਂ, ਜਿਹੜਾ ਕਿ ਬਿਰਲਾ ਟਾਟਾ ਨਹੀਂ ਦੇ ਸਕਦਾ। 80 ਕਰੋੜ ਰੁਪਈਆ ਇਕੱਠਾ ਕਰਕੇ ਉਹ ਥੋੜ੍ਹੇ ਥੋੜ੍ਹੇ ਕਰਕੇ ਦੇ ਦੇਗਾ, 80 ਕਰੋੜ ਦੇ ਦੇਗਾ, ਲੇਕਿਨ ਉਹਨੂੰ ਦਿੰਦਿਆਂ ਦੁੱਖ ਲੱਗੇ। ਲੇਕਿਨ ਸਾਨੂੰ 1 ਰੁਪਈਆ ਦੇਣ ਵਾਸਤੇ ਕੋਈ ਦੁੱਖ ਨਹੀਂ ਲੱਗਦਾ। ਔਰ ਉਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਕੂਪਨ ਛਪਵਾਏ, ਔਰ ਮੈਂ ਖੁਦ ਕੂਪਨ ਲੈ ਕੇ ਅਸੀਂ ਪੈਸੇ ਮੁਲਾਜ਼ਮਾਂ ਕੋਲ ਇਕੱਠੇ ਕਰਨੇ। ਜੋ ਸਾਨੂੰ ਹੁਕਮ ਪਾਰਟੀ ਦਾ ਆਉਣਾ ਸੀ, ਜਿੰਨੇ ਵੀ ਕੂਪਨਾਂ ਨੇ ਪੈਸੇ ਇਕੱਠੇ ਕਰਕੇ ਅਸੀਂ ਜ਼ਿੰਮੇਵਾਰ ਸਾਥੀਆਂ ਨੂੰ ਭੇਜ ਦਿੰਦੇ ਸੀ, ਜਿੱਥੇ ਸਾਨੂੰ ਭੇਜਣ ਵਾਸਤੇ ਹੁਕਮ ਹੁੰਦਾ ਸੀਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜੰਮੂ ਕਸ਼ਮੀਰ ਦੇ ਇਲੈਕਸ਼ਨ ਸੀ। ਮੈਨੂੰ ਅਤੇ ਮੇਰੇ ਇੱਕ ਹੋਰ ਸਾਥੀ ਨੂੰ ਉਹਨਾਂ ਨੇ ਦਿੱਲੀ ਬੁਲਾ ਕੇ ਸਾਨੂੰ 3 ਲੱਖ ਦੇ ਕੂਪਨ ਦਿੱਤੇ। ਅਤੇ ਜੰਮੂ ਕਸ਼ਮੀਰ ਵਾਲੇ ਸੋਚਦੇ ਸੀ ਵੀ ਸਾਨੂੰ ਹੁਣ 3 ਲੱਖ ਰੁਪਈਆ ਆ ਜਾਣਾ ਹੈ। ਅਸੀਂ ਉਹ ਕੂਪਨ ਮੈਂ ਆ ਕੇ ਪੰਜਾਬ ਦੇ ਵਿੱਚ ਵੰਡੇ, ਔਰ ਅਸੀਂ ਉਹ ਰਾਸ਼ੀ ਸਾਰੀ ਇਕੱਠੀ ਕਰਕੇ ਜੰਮੂ ਕਸ਼ਮੀਰ ਦੇ ਇਲੈਕਸ਼ਨ ਜਿਹੜੇ ਹੋ ਰਹੇ ਸੀ ਉਹਨਾਂ ਦੇ ਵਿੱਚੋਂ ਫੰਡਸ ਕ੍ਰੀਏਟ ਕਰਕੇ ਦਿੱਤਾ। ਔਰ ਕੋਈ ਸਾਨੂੰ ਤਕਲੀਫ ਜ਼ਿਆਦਾ ਨਹੀਂ ਹੋਈ। 10-10 ਰੁਪਈਏ ਦੀ ਸਾਰੇ ਮੁਲਾਜ਼ਮਾਂ ਕੋਲ ਲਏ, ਔਰ 10 ਰੁਪਈਏ ਦੇਣ ਵਾਸਤੇ ਕੋਈ ਵੀ ਮੁਲਾਜ਼ਮ ਸਾਨੂੰ ਨਾ ਨਹੀਂ ਕਰਦਾ ਸੀਗਾ। ਅਸੀਂ ਉਹ ਪੈਸੇ ਇਕੱਠੇ ਕਰਕੇ 10-10 ਰੁਪਈਏ ਇਕੱਠੇ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ 85 ਕਰੋੜ ਆਦਮੀ ਹੋ। ਸਾਡੇ ਦਿਮਾਗ 'ਚ 85 ਕਰੋੜ ਦੀ ਗੱਲ ਰਹਿੰਦੀ ਸੀਗੀ। ਅਸੀਂ 85 ਕਰੋੜ ਹੋਏ, ਅਸੀਂ 1-1 ਰੁਪਈਆ ਵੀ ਇਕੱਠਾ ਕਰੀਏ ਤਾਂ ਅਸੀਂ 85 ਕਰੋੜ ਰੁਪਈਆ ਇਕੱਠਾ ਕਰ ਸਕਦੇ ਹਾਂ ਵਿਦਨ ਟਾਈਮ। ਸੋ ਇਸ ਕਰਕੇ ਸਾਨੂੰ ਸਾਹਿਬ ਕਾਂਸ਼ੀਰਾਮ ਜੀ ਵੇਲੇ, ਕਿਉਂਕਿ ਉਹਨਾਂ ਦੇ ਕੋਲ ਸਿਵਾਏ ਇਮਾਨਦਾਰੀ ਦੇ ਹੋਰ ਕੁਛ ਨਹੀਂ ਸੀ। ਸਾਹਿਬ ਕਿਹਾ ਕਰਦੇ ਸੀ ਕਿ ਆਪਣੇ ਟਾਰਗੇਟ ਚਾਹੇ ਕੋਈ ਵੀ ਹੋਵੇ, ਅਗਰ ਤੁਹਾਡੇ ਕੋਲ ਪੰਜਾਬ ਅਸੈਂਬਲੀ ਦਾ ਚੁਣਾਵ ਜਿੱਤਣ ਦਾ ਹੈ ਜਾਂ ਦੇਸ਼ ਦੀ ਪਾਰਲੀਮੈਂਟ ਦੇ ਚੁਣਾਵ ਜਿੱਤਣ ਦਾ ਹੈ, ਤੁਸੀਂ ਇੱਕ ਟਾਰਗੇਟ ਬਣਾ ਲਓ, ਔਰ ਉਹ ਟਾਰਗੇਟ ਜਿੱਤਣ ਵਾਸਤੇ
ਤੁਹਾਨੂੰ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਈਦੀ। ਉਹਦੇ ਵਾਸਤੇ ਕੁਝ ਅਸੂਲ ਹੈ ਔਰ ਉਹ ਅਸੂਲ ਤੁਸੀਂ ਅਪਣਾ ਲਓ। ਪਹਿਲਾ ਅਸੂਲ ਇਹ ਹੈ ਕਿ ਤੁਹਾਡੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ। ਯੂ ਸ਼ੁੱਡ ਬੀ ਡੈਡੀਕੇਟਡ ਟੂ ਯਰ ਵਰਕ। ਤੁਹਾਡੀ ਕਮਿਟਮੈਂਟ ਹੋਣੀ ਚਾਹੀਦੀ ਹੈ ਕਿ ਆਹ ਕੰਮ ਮੈਨੂੰ ਅੱਜ ਕਰਨ ਨੂੰ ਕਿਹਾ, ਮੈਂ ਇਹ ਕਮਿਟਮੈਂਟ ਅੱਜ ਇਹ ਕੰਮ ਕਰਨਾ ਹੀ ਕਰਨਾ ਹੈ, ਇਹ ਮੇਰੀ ਡਿਊਟੀ ਲੱਗੀ ਹੈ। ਉਸ ਨੂੰ ਡਿਊਟੀ ਸਮਝ ਕੇ ਅਸੀਂ ਕਮਿਟਮੈਂਟ ਕਰ ਲਈਏ ਅਤੇ ਅਸੀਂ ਕਮਿਟਮੈਂਟ ਸਾਡੀ ਹੋਣੀ ਚਾਹੀਦੀ ਹੈ। ਤੀਸਰਾ ਹੈ ਓਨੈਸਟੀ। ਸਾਡੇ 'ਚ ਇਮਾਨਦਾਰੀ ਹੋਣੀ ਚਾਹੀਦੀ ਹੈ। ਅਗਰ ਅਸੀਂ ਜਿੰਨੇ ਫੰਡ ਸਾਨੂੰ ਲੱਗੇ ਹੈ ਉਨੇ ਫੰਡਸ ਇਕੱਠੇ ਕਰਕੇ ਔਰ ਵਿਦਿਨ ਟਾਈਮ, ਜਿਹੜਾ ਟਾਈਮ ਦਿੱਤਾ ਹੈ ਉਸ ਟਾਈਮ ਦੇ ਵਿੱਚ ਇਕੱਠੇ ਕਰਕੇ ਇਮਾਨਦਾਰੀ ਦੇ ਨਾਲ ਉਹ ਆਪਣੀ ਜਿੱਥੇ ਸਾਨੂੰ ਕਿਹਾ ਹੈੱਡਕੁਆਟਰ 'ਤੇ ਪਹੁੰਚਾ ਦਈਏ। ਡੈਡੀਕੇਸ਼ਨ, ਕਮਿਟਮੈਂਟ, ਓਨੈਸਟੀ। ਚੌਥੀ ਹੈ ਕਿ ਤੁਹਾਡੇ 'ਚ ਪੰਕਚੁਅਲਿਟੀ ਹੋਣੀ ਚਾਹੀਦੀ ਹੈ। ਤੁਹਾਡੀ ਅੱਜ ਮੀਟਿੰਗ ਅਗਰ ਮੈਂ ਇੱਥੇ ਸਭ ਕਿਹਾ ਸੀ ਕਿ ਅਗਰ ਮੀਟਿੰਗ ਮੈंने 10 ਵਜੇ ਬੁਲਾਈ ਹੈ ਤਾਂ ਤੁਹਾਨੂੰ 10:05 'ਤੇ ਨਹੀਂ ਆਉਣਾ ਚਾਹੀਦਾ, ਤੁਹਾਨੂੰ ਪੂਰੇ 10 ਵਜੇ ਆ ਜਾਣਾ ਚਾਹੀਦਾ। ਇਹ ਪੰਕਚੁਅਲਿਟੀ ਹੋਣੀ ਚਾਹੀਦੀ ਹੈ। ਫਿਰ ਉਹ ਕਿਹਾ, ਫਿਰ ਉਹਨਾਂ ਨੇ ਇੱਕ ਗੱਲ ਇਹ ਕਹੀ ਕਿ ਕਿਆ ਕਰਦੇ ਸੀ, ਮੈਂ ਵੀ ਆਪਣੇ ਭਾਸ਼ਣ 'ਚ ਆਮ ਕਿਹਾ ਕਰਦਾ ਹਾਂ ਕਿ ਸਾਨੂੰ ਇਹ 9ਵੀਂ 10ਵੀਂ 'ਚ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਸਾਨੂੰ ਇਹ ਸਿਖਾਇਆ ਗਿਆ ਕਿ ਆਪकी ਉਮਰ ਕਿਤਨੀ ਹੈ। ਸਾਨੂੰ ਇਹਦਾ ਅੰਗਰੇਜ਼ੀ ਕਰਕੇ ਦੱਸਣਾ ਪੈਂਦਾ ਸੀ ਕਿ ਆਈ ਐਮ 19 years old। ਓਲਡ ਦਾ ਕੀ ਮਤਲਬ? ਬੁੱਢਾ, ਕਿ ਮੈਂ 19 ਸਾਲ ਦਾ ਬੁੱਢਾ ਹਾਂ। ਮੈਨੂੰ ਕੁਛ ਸਮਝ ਜਾਣਾ ਨਿਊਯਾਰਕ ਮਿਲਿਆ। ਨਿਊਯਾਰਕ ਦੇ ਵਿੱਚ ਮੈਂ ਕੁਛ ਡਾਕਟਰ ਅੰਬੇਡਕਰ ਦੇ ਬਾਰੇ 'ਚ ਕੁਛ ਬੋਲਿਆ। ਜੋ ਡਾਕਟਰ ਅੰਬੇਡਕਰ ਦੇ ਬਾਰੇ 'ਚ ਬੋਲਿਆ ਲੋਕਾਂ ਨੂੰ ਪਸੰਦ ਆਇਆ। ਜਦੋਂ ਹਾਲ ਤੋਂ ਬਾਹਰ ਆ ਕੇ ਇੱਕ ਅੰਗਰੇਜ਼ ਮਿਲਿਆ, ਉਹ ਮੈਨੂੰ ਕਹਿੰਦਾ ਜੀ ਆਈ ਹੈਵ ਸੀਨ ਡਾਕਟਰ ਅੰਬੇਡਕਰ। ਮੈਂ ਬੜਾ ਖੁਸ਼ ਹੋਇਆ। ਮੈਂ ਉਹਦੀ ਸ਼ਕਲ ਦੇਖੀ ਤਾਂ ਮੈਨੂੰ ਉਹ ਕਾਫੀ ਸ਼ੱਕ ਤੋਂ ਲੱਗਾ ਕਿ ਇਹਦੀ ਉਮਰ ਕਾਫੀ ਹੈ ਕਿ ਇਹਨੇ ਡਾਕਟਰ ਅੰਬੇਡਕਰ ਨੂੰ ਕਦੋਂ ਦੇਖ ਲਿਆ। ਮੈਂ ਉਹਨੂੰ ਕੁਐਸਚਨ ਕੀਤਾ ਕਿ ਹਾਊ ਓਲਡ ਆਰ ਯੂ। ਜਿਸ ਵਕਤ ਮੈंने ਉਹਨੂੰ ਹਾਊ ਓਲਡ ਆਰ ਯੂ ਕਿਹਾ, ਉਹ ਬਹੁਤ ਗੁੱਸਾ ਹੋਇਆ ਮੈਨੂੰ। ਕਹਿੰਦਾ ਵਾਟ ਆਰ ਯੂ ਟਾਕਿੰਗ ਨੌਨਸੈਂਸ। ਮੈਂ ਘਬਰਾ ਗਿਆ। ਮੈਂ ਕਿਹਾ ਯਾਰ ਮੈਂ ਇਹਨੂੰ ਕਿਹੜੀ ਗੱਲ ਗਲਤ ਕਹਿਤੀ ਜਿਹੜਾ ਮੈਨੂੰ ਇਹ ਨੌਨਸੈਂਸ ਕਿਹਾ ਕਿ ਵਾਟ ਆਰ ਯੂ ਟਾਕਿੰਗ ਨੌਨਸੈਂਸ। ਮੈਂ ਉਹਨੂੰ ਕਿਹਾ ਕਿ ਜੀ, ਮੈਂ ਕਿਹਾ ਵਾਟ ਮਿਸਟੇਕ ਆਈ ਹੈਵ ਕਮਿਟਡ, ਪਲੀਜ਼ ਲੈਟ ਮੀ ਨੋ। ਉਹ ਕਹਿੰਦਾ ਆਈ ਐਮ ਨਾਟ ਏ ਓਲਡ ਮੈਨ। ਮੈਂ ਉਹਨੂੰ ਕਿਹਾ ਕਿ ਹਾਊ ਓਲਡ ਆਰ ਯੂ। ਕਹਿੰਦਾ ਆਈ ਐਮ ਨਾਟ ਏ ਓਲਡ ਮੈਨ, ਆਈ ਐਮ ਏ ਯੰਗ ਮੈਨ ਆਫ 95 years। ਇਹ ਗੱਲ ਮੈਂ ਕਿਹਾ ਉਸਨੇ ਕਹੀ। ਕਹਿੰਦਾ ਆਈ ਐਮ ਏ ਯੰਗ ਮੈਨ ਆਫ 95 years। तो साहब क्या करते सी कि अपने आप ਨੂੰ ਨੌਜਵਾਨ ਸਮਝੋ ਔਰ ਟਾਈਮ ਸਿਰ ਜਿਹੜਾ ਆਏਗਾ ਉਹ ਨੌਜਵਾਨ ਹੀ ਆਏਗਾ। ਉਹ ਚਾਹੇ 85 ਸਾਲ ਦਾ ਨੌਜਵਾਨ ਹੈ, ਚਾਹੇ 15 ਸਾਲਾਂ ਦਾ ਨੌਜਵਾਨ ਹੈ, ਉਹ ਟਾਈਮ ਸਿਰ ਆ ਜਾਏਗਾ। ਔਰ ਜਿਸ ਵਕਤ ਉਹ ਟਾਈਮ ਸਿਰ ਆ ਜਾਏਗਾ, ਟਾਈਮ ਸਿਰ ਆ ਕੇ ਪੂਰੀ ਗੱਲਬਾਤ ਸੁਣੇਗਾ, ਡਿਸਟਰਬ ਨਹੀਂ ਕਰੇਗਾ, ਬਾਕੀਆਂ ਨੂੰ ਗੱਲਬਾਤ ਸਾਰੀ ਸੁਣੇਗਾ। ਪੰਕਚੁਅਲਿਟੀ, ਕਮਿਟਮੈਂਟ, ਡੈਡੀਕੇਸ਼ਨ ਔਰ ਓਨੈਸਟੀ, ਜਿਨ੍ਹਾਂ ਦੇ ਕੋਲ ਇਹ 4 ਗੁਣ ਹੈਗੇ ਨੇ ਮੂਲ ਮੰਤਰ ਦੇ, ਉਹ ਆਪਣੇ ਟਾਰਗੇਟ ਨੂੰ ਅਚੀਵ ਕਰ ਸਕਦੇ ਆ। ਉਹ ਟਾਰਗੇਟ ਚਾਹੇ ਅਸੈਂਬਲੀਆਂ ਦਾ ਹੈ, ਚਾਹੇ ਉਹ ਪਾਰਲੀਮੈਂਟ ਦਾ ਹੈ। ਇਹ ਸਨ ਬਾਬੂ ਪਿਆਰੇ ਲਾਲ ਜੀ, ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ ਸ਼ੁਰੂ ਤੋਂ ਲੈ ਕੇ ਆਖਰ ਤੱਕ ਰਹੇ ਅਤੇ ਉਹਨਾਂ ਨੇ ਸਾਹਿਬ ਦੀ ਵਿਚਾਰਧਾਰਾ ਨੂੰ ਸਾਡੇ ਪਾਠਕਾਂ ਦੇ ਰੂਬਰੂ ਕੀਤਾ। ਅਤੇ ਅਗਲੀ ਵਾਰ ਕਿਸੇ ਫਿਰ ਪਰਸਨੈਲਿਟੀ ਨੂੰ, ਐਸੀ ਪਰਸਨੈਲਿਟੀ ਨੂੰ ਲੈ ਕੇ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ।